हेलो स्टूडेंट्स, आई एम सुखिंदर कौर फ्रॉम डिपार्टमेंट ऑफ इकनॉमिक्स GGDST कॉलेज हरियाणा हुशियारपुर। ਅੱਜ ਇਸ ਲੈਕਚਰ ਦੇ ਵਿੱਚ ਅਸੀਂ ਕਲਾਸੀਫਿਕੇਸ਼ਨ ਆਫ ਟੈਕਸਸ ਜੋ ਅਸੀਂ ਪਿਛਲੇ ਲੈਕਚਰ ਤੋਂ ਕਰਨੀਆਂ ਸ਼ੁਰੂ ਕੀਤੀਆਂ ਸੀ, ਜਿਹਦੇ ਵਿੱਚ ਕੱਲ੍ਹ ਆਪਾਂ ਸਿੰਗਲ ਟੈਕਸ ਅਤੇ ਮਲਟੀਪਲ ਟੈਕਸ, ਪ੍ਰੋਗਰੈਸਿਵ ਅਤੇ ਪ੍ਰੋਗਰੈਸਿਵ ਟੈਕਸ, ਪ੍ਰੋਪੋਰਸ਼ਨਲ ਟੈਕਸ ਅਤੇ ਪ੍ਰੋਗਰੈਸਿਵ ਟੈਕਸ, ਇਹ ਦੋ ਕੀਤੇ ਸੀ। ਮਤਲਬ ਚਾਰ ਕੀਤੇ ਸੀ ਆਪਾਂ, ਸਿੰਗਲ ਅਤੇ ਮਲਟੀਪਲ, ਪ੍ਰੋਪੋਰਸ਼ਨਲ ਅਤੇ ਪ੍ਰੋਗਰੈਸਿਵ ਟੈਕਸ, ਜਿਹੜੇ ਆਪਾਂ ਕੱਲ੍ਹ ਡਿਟੇਲ ਦੇ ਵਿੱਚ ਕਰ ਲਏ ਸੀਗੇ। ਅੱਜ ਆਪਾਂ ਨੈਕਸਟ ਕਰਨ ਜਾ ਰਹੇ ਹਾਂ ਰਿਗਰੈਸਿਵ ਟੈਕਸ, ਜਿਸ ਨੂੰ ਪੰਜਾਬੀ 'ਚ ਅਸੀਂ ਪ੍ਰਤੀਗਾਮੀ ਟੈਕਸ ਕਹਿੰਦੇ ਹਾਂ। ਰਿਗਰੈਸਿਵ ਟੈਕਸ, ਇੱਥੇ ਮੈਂ ਰਿਗਰੈਸਿਵ ਟੈਕਸ ਦੀ ਡੈਫੀਨੇਸ਼ਨ ਦਿੱਤੀ ਹੈ, ਖੈਰ ਇਹਦੀ ਬਾਅਦ ਵਿੱਚ ਥੋੜ੍ਹੀ ਦੇਰ ਬਾਅਦ 'ਚ ਗੱਲ ਕਰਦੇ ਹਾਂ। ਰਿਗਰੈਸਿਵ ਟੈਕਸ ਕੀ ਹੁੰਦਾ? ਪ੍ਰਤੀਗਾਮੀ ਟੈਕਸ ਪ੍ਰਣਾਲੀਆਂ ਪ੍ਰਤੀਗਾਮੀ ਕਰਾਂ ਦੀ ਦਰ ਆਮਦਨ ਵਾਧੇ ਦੇ ਨਾਲ ਨਾਲ ਘਟਦੀ ਜਾਂਦੀ ਹੈ। ਮੀਨਸ ਇਸ ਦੇ ਵਿੱਚ ਹੁੰਦਾ ਕੀ ਹੈ ਕਿ ਜਿੱਦਾਂ ਜਿੱਦਾਂ ਤੁਹਾਡੀ ਆਮਦਨ ਵੱਧਦੀ ਜਾਂਦੀ ਹੈ, ਉਸ 'ਤੇ ਲੱਗਣ ਵਾਲਾ ਟੈਕਸ ਦੀ ਜਿਹੜੀ ਪਰਸੈਂਟੇਜ ਆ ਉਹ ਘਟਦੀ ਜਾਏਗੀ। ਜਿਸ ਤਰ੍ਹਾਂ ਪਿਛਲਾ ਅਸੀਂ ਕੀਤਾ ਸੀ ਪ੍ਰੋਗਰੈਸਿਵ, ਕੱਲ੍ਹ ਵਾਲੇ ਵੀਡੀਓ ਦੇ ਵਿੱਚ ਪ੍ਰੋਗਰੈਸਿਵ ਟੈਕਸ ਦੇ ਵਿੱਚ ਕੀ ਸੀ ਕਿ ਜਿੱਦਾਂ ਜਿੱਦਾਂ ਤੁਹਾਡੀ ਆਮਦਨ ਵਧੀ ਜਾਂਦੀ ਪਈ ਸੀ, ਤੁਹਾਡਾ ਟੈਕਸ ਜਿਹੜਾ ਟੈਕਸ ਰੇਟ ਸੀ ਉਹ ਵੱਧਦਾ ਪਿਆ ਸੀ। ਲਾਈਕ 5 ਲੱਖ ਦੇ ਉੱਪਰ 5 ਲੱਖ ਤੋਂ 10 ਲੱਖ ਤੋਂ ਉੱਪਰ 5% ਲੱਗਦਾ ਪਿਆ, 10 ਲੱਖ ਤੋਂ ਉੱਪਰ ਜ਼ਿਆਦਾ ਤੁਹਾਡੀ ਇਨਕਮ ਆ ਤਾਂ 20% ਲੱਗਦਾ ਪਿਆ, ਮੋਰ ਦੈਨ 20% ਇਨਕਮ ਆ 30 ਲੱਖ ਲੱਗਦਾ 30% ਲੱਗਦਾ ਪਿਆ, ਇਸ ਤਰ੍ਹਾਂ। ਪਰ ਇਹ ਇੱਕਦਮ ਉਸਦਾ ਉਲਟਾ ਕੇਸ ਹੈ। ਇਸ ਕੇਸ ਦੇ ਵਿੱਚ ਜਿੱਦਾਂ ਜਿੱਦਾਂ ਤੁਹਾਡੀ ਆਮਦਨ ਵਧੀ ਜਾਏਗੀ, ਤੁਹਾਡਾ ਜਿਹੜਾ ਟੈਕਸ ਹੈਗਾ, ਟੈਕਸ ਦੀ ਪਰਸੈਂਟੇਜ ਜਿਹੜੀ ਉਹਦੇ ਉੱਤੇ ਲੱਗਦੀ ਆ ਉਹ ਘਟੀ ਜਾਏਗੀ। ਇਸ ਲਈ ਤੁਹਾਡੀ ਆਮਦਨ ਦਾ ਅਤੇ ਟੈਕਸ ਬੇਸ ਦੇ ਵਿੱਚ ਇਨਡਾਇਰੈਕਟ ਰਿਲੇਸ਼ਨਸ਼ਿਪ ਹੁੰਦਾ। ਆਮਦਨ ਵਧੇਗੀ ਤਾਂ ਟੈਕਸ ਰੇਟ ਘਟੇਗਾ, ਆਮਦਨ ਘਟੇਗੀ ਤਾਂ ਟੈਕਸ ਰੇਟ ਜ਼ਿਆਦਾ ਹੁੰਦਾ। ਮੀਨਸ ਇਸ ਲਈ ਇਹਦੀ ਜਿਹੜੀ ਸਲੋਪ ਹੈ ਉਹ ਡਾਊਨਵਰਡ ਹੈ, ਨੈਗੇਟਿਵ ਸਲੋਪ ਹੈਗੀ ਹੈ। ਔਰ ਜੇ ਟੈਕਸ ਰੇਟ ਤੁਹਾਡਾ ਇੱਥੇ, ਜੇ ਟੈਕਸ ਰੇਟ ਜ਼ਿਆਦਾ ਹੈ, ਟੈਕਸ ਬੇਸ ਜਿਹਨੂੰ ਤੁਸੀਂ ਇਨਕਮ ਵੀ ਕਹਿੰਦੇ ਹੋ, ਇਨਕਮ ਮੰਨ ਲਓ ਇੰਨੀ ਹੈਗੀ ਆ, ਮੰਨ ਲਓ ਇਹਨੂੰ ਤੁਸੀਂ ਕੋਈ ਵੀ ਪੁਆਇੰਟ ਕਰ ਲਓ, 1 ਕਹਿ ਲੈਂਦੇ ਆਪਾਂ ਇੱਥੇ, ਅਤੇ ਤੁਹਾਡਾ ਟੈਕਸ ਰੇਟ ਜਿਹੜਾ ਇੰਨਾ ਹੋਏਗਾ। ਪਰ ਜੇ ਤੁਹਾਡੀ ਆਮਦਨ ਵੱਧ ਜਾਏ ਤਾਂ ਤੁਹਾਡਾ ਜਿਹੜਾ ਟੈਕਸ ਰੇਟ ਆ ਉਹ ਘੱਟ ਜਾਏਗਾ। ਮੀਨਸ ਆਮਦਨ ਦੇ ਵਧਣ ਦੇ ਉੱਤੇ ਟੈਕਸ ਰੇਟ ਆ ਜਿਹੜਾ ਉਹਦੇ ਵਿੱਚ ਕਮੀ ਆਉਂਦੀ ਪਈ ਹੈ। ਇਹ ਨੈਗੇਟਿਵ ਰਿਲੇਸ਼ਨਸ਼ਿਪ ਹੈਗਾ ਆ। ਇਹਦੇ ਕੁਛ ਇੱਕ ਡਰਾਬੈਕਸ ਹੈਗੇ ਆ। ਸਭ ਤੋਂ ਪਹਿਲਾਂ ਤਾਂ ਇਹ ਕਰ ਪ੍ਰਣਾਲੀ ਅਣਪੂਰਨ ਅਣਉਚਿਤ ਹੈ, ਕਿਉਂਕਿ ਜਿਹਦੀ ਇਨਕਮ ਜ਼ਿਆਦਾ ਹੋਏਗੀ ਉਹਦੇ ਲਈ ਟੈਕਸ ਪੇ ਕਰਨਾ ਤਾਂ ਸੌਖਾ ਹੋਏਗਾ। ਇਹ ਕਰ ਦੇਣ ਦੀ ਜਿਹੜੀ ਟੈਕਸੇਬਲ ਕਪੈਸਿਟੀ ਆਪਾਂ ਇੱਕ ਦਿਨ ਡਿਸਕਸ ਕੀਤੀ ਸੀ, ਉਹਦੇ ਇੱਕਦਮ ਉਲਟਾ। ਇਹਦੇ ਨਾਲ ਅਸਮਾਨਤਾ ਵੱਧਦੀ ਹੈ। ਇਹ ਟੈਕਸ ਉਸ ਸਮੇਂ ਉਪਯੋਗੀ ਹੋ ਸਕਦੇ ਆ ਜਦੋਂ ਸਰਕਾਰ ਚਾਹਵੇ ਕਿ ਗਰੀਬ ਮਨੁੱਖ ਰਾਹੀਂ ਕਿਸੇ ਹਾਨੀਕਾਰਕ ਵਸਤੂ ਦਾ ਉਪਯੋਗ ਜਾਂ ਉਪਭੋਗ ਨਾ ਕੀਤਾ ਜਾਵੇ। ਅਦਰਵਾਈਜ਼ ਇਹ ਟੈਕਸਸ ਜਿਹੜੇ ਆ, ਇਹਨਾਂ ਦਾ ਜਿਹੜਾ ਭਾਰ ਆ ਗਰੀਬ ਮਨੁੱਖਾਂ 'ਤੇ ਜ਼ਿਆਦਾ ਪੈਂਦਾ ਔਰ ਅਮੀਰਾਂ ਦੇ ਉੱਤੇ ਇਹਨਾਂ ਦਾ ਭਾਰ ਘੱਟ ਹੁੰਦਾ। ਇਹ ਅਨਿਆਂਪੂਰਨ ਹੁੰਦੇ ਆ, ਬਹੁਤੇ ਵਧੀਆ ਟੈਕਸ ਇਹ ਨਹੀਂ ਸਮਝੇ ਜਾਂਦੇ। ਨੈਕਸਟ ਜਿਹੜਾ ਟੈਕਸ ਹੈਗਾ ਉਹ ਹੈਗਾ ਡਿਗਰੈਸਿਵ ਜਾਂ ਫਿਰ ਇਹਨੂੰ ਅਸੀਂ ਕਹਿੰਦੇ ਹਾਂ ਉਦੋਗਾਮੀ। ਇਹ ਟੈਕਸ ਕੀ ਹੁੰਦਾ? ਅਧੋਗਾਮੀ ਕਰ ਉਹ ਕਰ ਹੁੰਦੇ ਆ ਜਿਸ ਦੀ ਦਰ ਸ਼ੁਰੂ ਵਿੱਚ ਆਮਦਨ ਵਧਣ ਨਾਲ ਵੱਧਦੀ ਆ, ਪਰ ਇੱਕ ਲੈਵਲ ਜਦੋਂ ਆ ਜਾਂਦਾ ਉਸ ਤੋਂ ਬਾਅਦ ਆਮਦਨ ਦੇ ਵਿੱਚ ਕੋਈ ਵੀ ਚੇਂਜ ਆ ਜਾਵੇ, ਇਹ ਕੌਂਸਟੈਂਟ ਰਹਿੰਦੇ ਆ, ਸਥਿਰ ਹੋ ਜਾਂਦੇ ਆ। ਜਿਸ ਤਰ੍ਹਾਂ ਇੱਥੇ ਡਾਇਗਰਾਮ ਦੇ ਵਿੱਚ ਵੀ ਦੇਖਦੇ ਹਾਂ ਆਪਾਂ, ਇੱਥੇ ਜਦੋਂ ਹੁਣ ਵਧਣ ਲੱਗੇਗੀ ਤੁਹਾਡੀ ਇਨਕਮ, ਇੱਧਰ ਟੈਕਸ ਬੇਸ ਆ ਐਕਸ ਐਕਸਸ 'ਤੇ, ਵਾਈ ਐਕਸਸ 'ਤੇ ਟੈਕਸ ਰੇਟ ਆ। ਜਦੋਂ ਆਮਦਨ ਤੁਹਾਡੀ ਇੱਥੋਂ A ਤੋਂ ਸਟਾਰਟ ਹੋਣੀ ਸ਼ੁਰੂ ਹੋਏਗੀ ਅਤੇ ਇੱਥੇ ਜਦੋਂ B ਤੱਕ ਪਹੁੰਚੇਗੀ, A ਤੋਂ ਲੈ ਕੇ B ਤੱਕ ਤੁਹਾਡੀ ਆਮਦਨ ਵਧਣ ਦੇ ਨਾਲ ਨਾਲ ਟੈਕਸ ਵੱਧਦਾ ਪਿਆ, ਕਿਉਂਕਿ ਉੱਥੇ ਤੱਕ ਤੁਹਾਡੀ ਪੋਜ਼ੀਟਿਵ ਸਲੋਪ ਆ ਟੈਕਸ ਰੇਟ ਦੀ। ਅਤੇ ਪੋਜ਼ੀਟਿਵ ਸਲੋਪ ਦੇ ਵਿੱਚ ਇਹੀ ਹੈ ਕਿ ਜੇ ਤੁਹਾਡਾ ਇਨਕਮ ਵੱਧਦੀ ਪਈ ਹੈ, ਤੁਹਾਡਾ ਟੈਕਸ ਵੱਧਦਾ ਪਿਆ, ਇਨਕਮ ਹੋਰ ਵਧੇਗੀ, ਟੈਕਸ ਹੋਰ ਵਧੇਗਾ। ਪਰ B to C ਫਿਰ ਇਹ ਕੌਂਸਟੈਂਟ ਹੁੰਦਾ ਪਿਆ ਕਿ ਇਨਕਮ ਦੇ ਵਿੱਚ ਤੁਹਾਡੀ ਜਿੰਨਾ ਮਰਜ਼ੀ ਵਾਧਾ ਹੋਈ ਜਾਵੇ, ਤੁਹਾਡਾ ਜਿਹੜਾ ਟੈਕਸ ਰੇਟ ਆ ਇਹ ਸੇਮ ਰਹਿੰਦਾ ਪਿਆ। ਇਸ ਲਈ ਇਹ ਇੱਕ ਤਰ੍ਹਾਂ ਨਾਲ ਅਸੀਂ ਕਹਿ ਦਈਏ ਕਿ ਇਹ ਪ੍ਰਗਤੀਸ਼ੀਲ ਅਤੇ ਅਨੁਪਾਤਕ ਕਰ ਜਿਹੜੇ ਹੈਗੇ ਆ, ਪ੍ਰਗਤੀਸ਼ੀਲ ਅਤੇ ਪ੍ਰਪੋਰਸ਼ਨਲ ਟੈਕਸ ਜਿਹੜੇ ਹੈਗੇ ਆ, ਪ੍ਰਪੋਰਸ਼ਨਲ ਅਤੇ ਪ੍ਰੋਗਰੈਸਿਵ ਟੈਕਸ ਇੰਗਲਿਸ਼ ਦੇ ਵਿੱਚ, ਅਨੁਪਾਤਿਕ ਅਤੇ ਪ੍ਰਗਤੀਸ਼ੀਲ ਕਰ ਜਿਹਨਾਂ ਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ, ਇਹ ਦੋਨਾਂ ਦਾ ਮਿਕਸਚਰ ਆ। ਕਿ ਸ਼ੁਰੂ ਦੇ ਵਿੱਚ ਇਹ ਜਿਹੜਾ ਟੈਕਸ ਆ ਇਹ ਤੁਹਾਡਾ ਪ੍ਰੋਗਰੈਸਿਵ ਆ, ਪਰ ਬਾਅਦ ਵਿੱਚ ਇਹ ਕੀ ਬਣ ਜਾਂਦਾ? ਪ੍ਰਪੋਰਸ਼ਨਲ। ਅਤੇ ਇਸ ਤਰ੍ਹਾਂ ਜਿਹੜੇ ਟੈਕਸ ਹੈਗੇ ਆ ਇਹ ਲਗਾਏ ਜਾਂਦੇ ਆ ਇਨਕਮ ਦੇ ਅਕੋਰਡਿੰਗ। ਅਤੇ ਇਹਨਾਂ ਦੀ ਥੋੜ੍ਹੀ ਜਿਹੀ ਡਿਟੇਲ ਦੇ ਵਿੱਚ ਡਿਸਕਸ਼ਨ ਹੋਰ ਕਰ ਲੈਂਦੇ ਹਾਂ। ਜਿਸ ਤਰ੍ਹਾਂ ਅਸੀਂ ਇਹ ਟਾਈਪਸ ਜਿਹੜੀਆਂ ਕੱਲ੍ਹ ਕੀਤੀਆਂ ਸੀ, ਸਿੰਗਲ ਐਂਡ ਮਲਟੀਪਲ ਸੀ। ਉਸ ਤੋਂ ਬਾਅਦ ਉਹਦੇ ਵਿੱਚ ਅਸੀਂ ਦੋ ਜਿਹੜੀਆਂ ਕਰ ਲਈਆਂ ਸੀ, ਪ੍ਰਪੋਰਸ਼ਨਲ ਅਤੇ ਪ੍ਰੋਗਰੈਸਿਵ। ਅੱਜ ਅਸੀਂ ਕੀਤੀਆਂ ਰਿਗਰੈਸਿਵ ਅਤੇ ਡੀਗਰੈਸਿਵ। ਪ੍ਰਪੋਰਸ਼ਨਲ, ਪ੍ਰੋਗਰੈਸਿਵ, ਰਿਗਰੈਸਿਵ ਅਤੇ ਡੀਗਰੈਸਿਵ, ਅਨੁਪਾਤਕ ਕਰ ਅਤੇ ਪ੍ਰਗਤੀਸ਼ੀਲ ਕਰ ਜਿਹੜੇ ਆਪਾਂ ਕੱਲ੍ਹ ਕਰ ਲਏ ਸੀ। ਪ੍ਰਤੀਗਾਮੀ ਕਰ ਅਤੇ ਅਧੋਗਾਮੀ ਕਰ ਜਿਹੜੇ ਆਪਾਂ ਹੁਣ ਕੀਤੇ ਆ,
ਇਹਨਾਂ ਨੂੰ ਸਾਰਿਆਂ ਨੂੰ ਆਪਾਂ ਇੱਕ ਟੇਬਲ ਦੇ ਥਰੂ ਸਮਝ ਸਕਦੇ ਹਾਂ। ਤੁਹਾਡੇ ਤੱਕ ਸਟੱਡੀ ਮਟੀਰੀਅਲ ਆ ਜਾਏਗਾ, ਅਤੇ ਸਟੱਡੀ ਮਟੀਰੀਅਲ ਜਦੋਂ ਤੁਹਾਡੇ ਕੋਲ ਪਹੁੰਚ ਜਾਏਗਾ ਅਤੇ ਤੁਹਾਨੂੰ ਆਸਾਨੀ ਨਾਲ ਸਮਝ ਆ ਜਾਏਗਾ। ਮੈਂ ਇੱਥੇ ਥੋੜ੍ਹੀ ਜਿਹੀ ਡਿਸਕਸ਼ਨ ਕਰ ਦਿੰਦੀ ਹਾਂ ਕਿ ਮੰਨ ਲਓ ਕਿ ਆਮਦਨ ਦਾ ਬੇਸ ਸ਼ੁਰੂ ਦੇ ਵਿੱਚ ਸਾਡੀ ਆਮਦਨ 10,000, ਬਾਅਦ ਵਿੱਚ 20,000 ਹੁੰਦੀ ਹੈ ਅਤੇ ਬਾਅਦ ਵਿੱਚ 30,000 ਹੁੰਦੀ ਹੈ। ਮੀਨਸ ਮੰਨ ਲਓ ਕਿ ਸਾਡੀ ਆਮਦਨ 10,000, ਦੈਨ 20,000, ਦੈਨ 30,000 ਹੋ ਜਾਂਦੀ ਹੈ। ਪ੍ਰਪੋਰਸ਼ਨਲ ਟੈਕਸ ਜਿਹੜੇ ਉਹਦੇ ਵਿੱਚ ਕੀ ਹੋਏਗਾ ਕਿ 10,000 'ਤੇ ਵੀ ਤੁਹਾਡਾ 10% ਟੈਕਸ ਹੋਏਗਾ, 20,000 'ਤੇ ਵੀ 10% ਹੋਏਗਾ, ਅਤੇ 30,000 'ਤੇ ਵੀ 10% ਹੀ ਹੋਏਗਾ। ਮੀਨਸ ਤੁਹਾਡਾ ਜਿਹੜਾ ਟੈਕਸ ਰੇਟ ਆ ਉਹ ਕੌਂਸਟੈਂਟ ਰਹਿੰਦਾ। ਅਤੇ ਪ੍ਰਗਤੀਸ਼ੀਲ ਕਰਾਂ ਦੇ ਵਿੱਚ ਕੀ ਹੋਏਗਾ ਕਿ ਜਦੋਂ ਤੁਹਾਡੀ 10,000 ਆਮਦਨ ਆ, ਟੈਕਸ ਰੇਟ 10% ਹੋਏਗਾ। ਆਮਦਨ 20,000 ਹੋਣ 'ਤੇ ਟੈਕਸ ਰੇਟ 15% ਹੋ ਜਾਏਗਾ। ਆਮਦਨ 30,000 ਹੋਣ 'ਤੇ ਟੈਕਸ ਰੇਟ 20% ਹੋ ਜਾਏਗਾ। ਅਤੇ ਜਿਹੜੇ ਤੁਹਾਡੇ ਪ੍ਰਤੀਗਾਮੀ ਟੈਕਸ ਆ, ਜਿਹੜੇ ਆਪਾਂ ਰਿਗਰੈਸਿਵ ਟੈਕਸ ਕਹਿੰਦੇ ਆ, ਇਹਦੇ ਵਿੱਚ ਜਿੱਦਾਂ ਜਿੱਦਾਂ ਆਮਦਨ ਘਟੇਗੀ ਵਧੂਗੀ ਤਾਂ ਟੈਕਸ ਰੇਟ ਘਟੂਗਾ। ਮੀਨਸ ਆਮਦਨ 'ਤੇ 10,000 ਹੋਣ 'ਤੇ ਟੈਕਸ ਰੇਟ 10%, ਆਮਦਨ ਵਧਣ 'ਤੇ ਮਤਲਬ 20,000 ਹੋਣ 'ਤੇ ਟੈਕਸ ਰੇਟ 8% ਹੋ ਜਾਏਗਾ। ਜੇ ਆਮਦਨ ਹੋਰ ਵੱਧ ਜਾਵੇ ਤਾਂ ਟੈਕਸ ਰੇਟ ਘਟ ਕੇ 6% ਹੋ ਜਾਏਗਾ। ਅਧੋਗਾਮੀ ਜਿਹੜੇ ਹੈਗੇ ਆ ਰਿਗਰੈਸਿਵ ਟੈਕਸ, ਡਿਗਰੈਸਿਵ ਟੈਕਸ ਜਿਹੜੇ ਅਧੋਗਾਮੀ ਟੈਕਸ ਆ, ਇਹ ਪਹਿਲੇ ਦੋ ਟੈਕਸ ਜਿਹੜੇ ਤੁਹਾਡੇ ਅਨੁਪਾਤਕ ਅਤੇ ਪ੍ਰਗਤੀਸ਼ੀਲ, ਪ੍ਰੋਗਰੈਸਿਵ ਅਤੇ ਪ੍ਰਪੋਰਸ਼ਨਲ, ਇਹ ਦੋਨਾਂ ਦਾ ਮਿਕਸਚਰ ਹੁੰਦੇ ਆ। ਸ਼ੁਰੂ ਦੇ ਵਿੱਚ ਤੁਹਾਡੀ ਆਮਦਨ ਜਦੋਂ 10,000 ਆ ਅਤੇ ਤੁਹਾਡਾ ਟੈਕਸ ਰੇਟ 10% ਹੋਏਗਾ। ਮੀਨਸ ਤੁਹਾਡਾ ਇੱਥੇ ਕਿਹੜਾ ਟੈਕਸ ਆ? ਪ੍ਰੋਗਰੈਸਿਵ। ਜਦੋਂ ਤੁਹਾਡੀ ਇਨਕਮ 20,000 ਹੋ ਜਾਏਗੀ ਤਾਂ ਟੈਕਸ ਰੇਟ 15% ਹੋ ਜਾਏਗਾ। ਮੀਨਸ 10% ਤੋਂ 15% ਤੱਕ ਵੱਧ ਜਾਵੇਗਾ। ਇੱਥੇ ਤੱਕ ਕੀ ਹੈ ਤੁਹਾਡਾ ਟੈਕਸ ਰੇਟ ਪ੍ਰੋਗਰੈਸਿਵ। ਪਰ ਉਸ ਤੋਂ ਬਾਅਦ ਜਦੋਂ 20,000 ਤੋਂ 30,000 ਤੁਹਾਡੀ ਆਮਦਨ ਹੋਏਗੀ ਤਾਂ ਟੈਕਸ ਰੇਟ ਤਾਂ ਵੀ ਤੁਹਾਡਾ 15% ਹੀ ਰਹਿ ਜਾਏਗਾ। ਇੱਥੇ ਕਿਹੜਾ ਹੋ ਜਾਏਗਾ? ਪ੍ਰਪੋਰਸ਼ਨਲ। ਕਿਉਂਕਿ ਇਹ ਜਿਹੜਾ ਇਹ ਲਾਸਟ ਟੈਕਸ ਹੈਗਾ ਸਾਡਾ ਡਿਗਰੈਸਿਵ ਟੈਕਸ ਹੈਗਾ, ਇਹ ਪ੍ਰਪੋਰਸ਼ਨਲ ਅਤੇ ਪ੍ਰੋਗਰੈਸਿਵ ਟੈਕਸ ਜਿਹੜੇ ਹੈਗੇ ਆ, ਇਹ ਦੋਨਾਂ ਦਾ ਮਿਕਸਚਰ ਜਿਹੜਾ ਉਹ ਹੈਗਾ। ਅਤੇ ਨੈਕਸਟ ਜਿਹੜੇ ਸਾਡੇ ਕੇਸ ਹੈਗੇ ਆ, ਜਿਹੜੇ ਆਪਾਂ ਡਿਟੇਲ 'ਚ ਕਰਨੇ ਆ, ਉਹਦੇ ਵਿੱਚ ਵੈਲਿਊ ਐਡਡ ਟੈਕਸ ਹੈਗਾ, ਐਂਡ ਉਸ ਤੋਂ ਬਾਅਦ ਡਾਇਰੈਕਟ ਟੈਕਸ ਅਤੇ ਇਨਡਾਇਰੈਕਟ ਟੈਕਸ ਹੈਗੇ ਆ। ਵੈਲਿਊ ਐਡਡ ਟੈਕਸ ਹੈ ਜਿਹੜਾ, ਇਹਨੂੰ ਥੋੜ੍ਹਾ ਜਿਹਾ ਹੀ ਡਿਟੇਲ ਦੇ ਵਿੱਚ ਡਿਸਕਸ ਕਰਨਾ ਚਾਹੁੰਦੀ ਹਾਂ ਮੈਂ, ਔਰ ਇਸ ਲਈ ਵੈਲਿਊ ਐਡਡ ਟੈਕਸ ਆਪਾਂ ਕੱਲ੍ਹ ਦੇ ਲੈਕਚਰ 'ਚ ਡਿਸਕਸ ਕਰਾਂਗੇ। ਕਿਉਂਕਿ ਅੱਜ ਦੇ ਨਾਲ ਮੈਂ ਤੁਹਾਨੂੰ ਅਲੱਗ ਸਟੱਡੀ ਮਟੀਰੀਅਲ ਵੀ ਭੇਜ ਰਹੀ ਹਾਂ ਇਸ ਵੀਡੀਓ ਦੇ ਨਾਲ, ਅਤੇ ਇਸ ਦੇ ਨਾਲ ਤੁਸੀਂ ਪਹਿਲੋਂ ਜਿਹੜੇ ਚਾਰੇ ਟੈਕਸ ਹੈਗੇ ਸਾਡੇ ਪ੍ਰੋਗਰੈਸਿਵ, ਪ੍ਰਪੋਰਸ਼ਨਲ, ਰਿਗਰੈਸਿਵ ਅਤੇ ਡਿਗਰੈਸਿਵ, ਇਹਨਾਂ ਨੂੰ ਕਲੀਅਰ ਕਰ ਲੈਣਾ, ਕਿਉਂਕਿ ਇਹ ਅਲੱਗ 2 ਮਾਰਕਸ ਦੇ ਕੁਐਸਚਨ ਵੀ ਸਾਡੇ ਕੋਲ ਪੁੱਛੇ ਜਾਂਦੇ ਆ। ਅਤੇ ਸਿੰਗਲ ਅਤੇ ਮਲਟੀਪਲ ਤਾਂ ਆਪਾਂ ਗੱਲ ਕਰ ਲਏ ਸੀ, ਅਤੇ ਇਹਨਾਂ ਨੂੰ ਡਿਟੇਲ ਦੇ ਵਿੱਚ ਕਰ ਲਈਓ, ਇਹਨਾਂ ਦੀਆਂ ਡਾਇਗਰਾਮਸ ਨੂੰ ਕਲੀਅਰ ਕਰ ਲਈਓ। ਜੇ ਕਿਤੇ ਡਾਇਗਰਾਮ 'ਚ ਕੋਈ ਡਾਊਟ ਹੈ, ਕੋਈ ਪ੍ਰੋਬਲਮ ਹੈ, ਕੋਈ ਕੁਐਸਚਨ ਹੈ, ਤਾਂ ਤੁਸੀਂ ਮੈਨੂੰ ਕਾਲ ਕਰ ਲਈਓ, ਜਾਂ ਫਿਰ ਵਟਸਐਪ ਦੇ ਉੱਤੇ ਵਟਸਐਪ ਗਰੁੱਪ ਜਿਹੜਾ ਆਪਾਂ ਬਣਾਇਆ ਹੋਇਆ ਉਹਦੇ ਵਿੱਚ ਕੰਟੈਕਟ ਕਰ ਲਈਓ। ਮੈਸੇਜ ਤੁਸੀਂ ਛੱਡ ਦਿਓ, ਉਹਦੇ ਵਿੱਚ ਮੈਂ ਦੇਖ ਲਾਂਗੀ ਅਤੇ ਮੈਂ ਤੁਹਾਨੂੰ ਉਸ ਕੁਐਰੀ ਨੂੰ ਆਪਾਂ ਸੋਲਵ ਕਰਾਂਗੇ। ਅਤੇ ਨੈਕਸਟ ਜਿਹੜਾ ਆਪਾਂ ਅਗਲੇ ਲੈਕਚਰ ਦੇ ਵਿੱਚ ਹੀ ਕਰਾਂਗੇ। ਥੈਂਕ ਯੂ।